ਹਾਲੇਲੂਇਆ ਪ੍ਰੇਜ਼ ਦ ਲਾਰਡ। ਪਰਮੇਸ਼ਰ ਦਾ ਧੰਨਵਾਦ ਹੋ ਪ੍ਰਭੂ ਦੇ ਅੱਛੇ ਵਚਨ ਦੇ ਲਈ। ਅੱਜ ਅਸੀਂ ਵੇਖਾਂਗੇ ਮਿਲਾਪ ਵਾਲੇ ਤੰਬੂ ਦੇ ਮੇਜਰ ਪਾਰਟਸ ਦੇ ਵਿੱਚੋਂ ਨੰਬਰ 1 ਅਸੀਂ ਯੋਜਨਾ ਦੇ ਬਾਰੇ ਵੇਖ ਰਹੇ ਹਾਂ। ਤੋ ਯੋਜਨਾ ਦੇ ਬਾਰੇ ਵੇਖਦੇ ਸਮੇਂ ਜਿਸ ਤਰ੍ਹਾਂ ਆਪਾਂ ਵਿਵਸਥਾ ਦੇ ਵਿੱਚ ਮੂਸਾ ਦੇ ਦੁਆਰਾ ਇਸਰਾਏਲ ਨੂੰ ਜੋ ਵਿਵਸਥਾ ਮਿਲੀ ਹੈ, ਜਿਸ ਵਿੱਚ ਲਗਭਗ 631 ਨਿਯਮ ਅਤੇ 10 ਹੁਕਮ ਅਤੇ ਤਿਉਹਾਰ ਸਨ, ਜਿਨ੍ਹਾਂ ਨੂੰ ਮੰਨਣ ਲਈ ਪਰਮੇਸ਼ਰ ਨੇ ਇਸਰਾਏਲ ਨੂੰ ਦਿੱਤਾ ਸੀ। ਮੂਸਾ ਨੂੰ ਸ਼ਰਾ ਹੁਰੇਬ ਪਰਬਤ ਉੱਤੇ ਮਿਲੀ। ਇਸੇ ਤਰ੍ਹਾਂ ਇੱਕ ਪ੍ਰਭੂ ਦੇ ਦਾਸ ਨੇ ਵੀ ਮੂਸਾ ਦੀ ਤਰ੍ਹਾਂ ਇਕੱਲੇ ਹੀ ਪ੍ਰਭੂ ਦੀ ਨਜ਼ਦੀਕੀ ਵਿੱਚ ਬੈਠਣਾ ਹੈ। ਤਾਂ ਫਿਰ ਮੂਸਾ ਦੀ ਤਰ੍ਹਾਂ ਵਿਵਸਥਾ, ਨਿਯਮ ਅਤੇ ਨਕਸ਼ਾ ਵੀ ਮਿਲੇਗਾ। ਇੱਕ ਸੇਵਕ ਨੇ ਕਲੀਸਿਆ ਵਿਸ਼ਵਾਸੀਆਂ ਤੋਂ ਹਟ ਕੇ, ਸੇਵਕਾਈ ਤੋਂ ਅਲੱਗ ਹੋ ਕੇ, ਇੱਥੋਂ ਤੱਕ ਕਿ ਆਪਣੀ ਪਤਨੀ ਬੱਚਿਆਂ ਤੋਂ ਵੀ ਅਲੱਗ ਹੋ ਕੇ ਪ੍ਰਭੂ ਦੇ ਉਪਸਥਿਤੀ ਵਿੱਚ ਪ੍ਰਭੂ ਦੇ ਨਾਲ ਆਪਣਾ ਨਜ਼ਦੀਕੀ ਸੰਬੰਧ ਬਣਾਉਣਾ ਹੈ। ਜਿਸ ਤਰ੍ਹਾਂ ਮੂਸਾ ਇਕੱਲਾ ਹੀ 32 ਲੱਖ ਲੋਕਾਂ ਦੀ ਭੀੜ ਲੈ ਕੇ ਚੱਲ ਜਾਂਦਾ ਹੈ ਔਰ ਪਰਮੇਸ਼ਰ ਉਸਦੇ ਸਾਥ ਹੈ। ਇਸੇ ਤਰ੍ਹਾਂ ਇੱਕ ਪ੍ਰਭੂ ਦਾ ਦਾਸ ਜਦੋਂ ਵੀ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲੇਗਾ ਤੇ ਪ੍ਰਭੂ ਉਸਦੇ ਸਾਥ ਰਹੇਗਾ, ਉਸਦੇ ਸਾਥ ਚੱਲੇਗਾ, ਉਸਦੀ ਅਗਵਾਈ ਕਰੇਗਾ। ਜੇਕਰ ਪ੍ਰਭੂ ਦੀ ਉਪਸਥਿਤੀ ਸਾਥ ਹੋਵੇਗੀ ਤਾਂ ਹੀ ਇਕੱਲਾ ਚੱਲ ਸਕਦੇ ਆ ਔਰ ਕੋਈ ਮੁਸ਼ਕਲ ਵੀ ਨਹੀਂ ਹੋਏਗੀ। ਜਿਸ ਦੇ ਨਾਲ ਪ੍ਰਭੂ ਦੀ ਉਪਸਥਿਤੀ ਹੈ ਉਸ ਨੂੰ ਚੱਲਣਾ ਮੁਸ਼ਕਲ ਨਹੀਂ ਆ। ਜਿਸ ਨੂੰ ਪ੍ਰਭੂ ਬੁਲਾਉਂਦਾ ਆ ਉਸ ਨੂੰ ਪਹਾੜ ਤੇ ਚੜ੍ਹਨਾ ਕੋਈ ਮੁਸ਼ਕਲ ਨਹੀਂ ਹੈ। ਮੂਸਾ ਨੂੰ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਪਰਮੇਸ਼ਰ ਨੇ ਹੁਰੇਬ ਪਰਬਤ ਤੇ ਬੁਲਾ ਰਿਹਾ ਹੈ। ਇੱਥੇ ਬੁਲਾਉਣ ਤੋਂ ਬਾਅਦ ਪਰਮੇਸ਼ਰ ਨੇ ਉਸ ਨੂੰ ਵਿਵਸਥਾ ਦਿੱਤੀ। ਇੱਥੇ ਹੀ ਪਰਮੇਸ਼ਰ ਨੇ ਮੂਸਾ ਨਾਲ ਗੱਲ ਕੀਤੀ, ਵਿਵਸਥਾ ਵੀ ਦਿੱਤੀ ਅਤੇ ਆਖਿਆ, ਮੈਂ ਤੇਰੇ ਮੂੰਹ ਦੇ ਸਾਥ ਹੋਵਾਂਗਾ। ਜਦੋਂ ਅਸੀਂ ਨਵੇਂ ਨਿਯਮ ਦੇ ਵਿੱਚ ਮੱਤੀ ਦੀ ਅੰਜੀਲ ਉਸ ਦਾ 5 ਅਧਿਆਇ 1 ਵਚਨ ਵੇਖਦੇ ਹਾਂ, ਇੱਧਰ ਵੀ ਪ੍ਰਭੂ ਯਿਸੂ ਮਸੀਹ ਵੀ ਆਪਣੇ ਚੇਲਿਆਂ ਨੂੰ ਭੀੜ ਦੇ ਵਿੱਚੋਂ ਅਰਥਾਤ ਲੋਕਾਂ ਦੇ ਵਿੱਚੋਂ ਅਲੱਗ ਕਰਕੇ ਪਹਾੜ ਤੇ ਬੁਲਾ ਰਿਹਾ ਹੈ। ਇੱਥੇ ਹੀ ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਚੇਲਿਆਂ ਨੂੰ ਪਹਾੜੀ ਉਪਦੇਸ਼ ਦਾ ਵਚਨ ਦਿੱਤਾ। ਅਗਰ ਵਚਨ ਦਾ ਪ੍ਰਕਾਸ਼ਨ ਚਾਹੀਦਾ ਹੈ ਤਾਂ ਅਲੱਗ ਹੋ ਕੇ ਪ੍ਰਭੂ ਦੀ ਉਪਸਥਿਤੀ ਦੇ ਵਿੱਚ ਬੈਠਣਾ ਪਏਗਾ, ਉਸ ਦੇ ਨਾਲ ਨਜ਼ਦੀਕੀ ਸੰਬੰਧ ਬਣਾਉਣਾ ਪਏਗਾ। ਇੱਕ ਸੇਵਕ ਨੇ ਸੇਵਕਾਈ ਤੋਂ ਹਟ ਕੇ ਇਕੱਲੇ ਪਰਮੇਸ਼ਰ ਦੀ ਉਪਸਥਿਤੀ ਵਿੱਚ ਬੈਠਣਾ ਜ਼ਰੂਰੀ ਹੈ। ਆਪਣੇ ਆਪ ਨੂੰ ਜਾਂਚਣਾ ਹੈ, ਤਾਂ ਹੀ ਸੇਵਕਾਈ ਦੇ ਵਿੱਚ ਬਲ ਆਏਗਾ, ਤਾਂ ਹੀ ਪ੍ਰਕਾਸ਼ਨ ਵੀ ਮਿਲੇਗਾ। ਜਿਸ ਤਰ੍ਹਾਂ ਦੀ ਅਸੀਂ ਉਤਪਤੀ ਉਸ ਦਾ 17 ਅਧਿਆਏ ਉਸ ਦਾ 1 ਵਚਨ ਵੇਖਦੇ ਹਾਂ। ਜਿਸ ਤਰ੍ਹਾਂ ਅਸੀਂ ਉਤਪਤੀ ਉਸ ਦਾ 17 ਅਧਿਆਏ 1 ਵਚਨ ਵੇਖਦੇ ਹਾਂ, ਇੱਧਰ ਪਰਮੇਸ਼ਵਰ ਅਬਰਾਹਮ ਨੂੰ ਕਹਿ ਰਿਹਾ ਹੈ, ਮੇਰੀ ਉਪਸਥਿਤੀ ਦੇ ਵਿੱਚ ਚੱਲ ਔਰ ਸਿੱਧ ਹੁੰਦਾ ਜਾ। ਅਬਰਾਹਮ ਵੀ ਪਰਮੇਸ਼ਰ ਦੇ ਕਹਿਣ ਦੇ ਅਨੁਸਾਰ, ਉਸ ਦੀ ਆਗਿਆ ਦੇ ਅਨੁਸਾਰ ਚੱਲਦਾ ਰਿਹਾ। ਅਬਰਾਹਮ ਜਦੋਂ ਮਿਸਰ ਵਿੱਚੋਂ ਨਿਕਲਿਆ ਤਾਂ ਅਸੀਂ ਵੇਖਦੇ ਹਾਂ ਤਾਂ ਉਹ ਉਸ ਵਕਤ ਕਨਾਨ ਦੇਸ਼ ਦੇ ਬਾਰੇ ਜਾਣਨਾ ਨਹੀਂ ਸੀ। ਕਨਾਨ ਦੇਸ਼ ਦੇ ਬਾਰੇ ਕੁਝ ਵੀ ਉਹਨੇ ਜਾਣਨਾ ਨਹੀਂ ਚਾਹਿਆ, ਪਰ ਉਹ ਪਰਮੇਸ਼ਰ ਦੇ ਕਹਿਣ ਦੇ ਅਨੁਸਾਰ ਚੱਲਦਾ ਰਿਹਾ ਅਤੇ ਚੱਲਦੇ ਉਸ ਨੂੰ ਇਹ ਪਤਾ ਲੱਗ ਗਿਆ ਕਿ ਬੇਸ਼ੱਕ ਅਜੇ ਕਨਾਨ ਦੇਸ਼ ਮੈਨੂੰ ਨਹੀਂ ਦਿਖਿਆ, ਮੈਨੂੰ ਪਰਮੇਸ਼ਰ ਨੇ ਨਹੀਂ ਵਿਖਾਇਆ, ਪਰ ਉਸ ਨੂੰ ਇਹ ਪਤਾ ਸੀ ਕਿ ਉਸ ਨੇ ਵਾਅਦਾ ਕੀਤਾ ਹੈ ਉਹ ਜ਼ਰੂਰ ਪੂਰਾ ਕਰੇਗਾ। ਇਸ ਲਈ ਅਬਰਾਹਮ ਪਰਮੇਸ਼ਰ ਦੀ ਨਜ਼ਦੀਕੀ ਵਿੱਚ ਅਤੇ ਉਸ ਦੀ ਆਗਿਆ ਦੇ ਅਨੁਸਾਰ ਚੱਲਦਾ ਰਿਹਾ। ਪਰਮੇਸ਼ਰ ਦੀ ਨਜ਼ਦੀਕੀ ਵਿੱਚ ਚੱਲਣਾ, ਪਰਮੇਸ਼ਰ ਦੀ ਉਪਸਥਿਤੀ ਵਿੱਚ ਚੱਲਣਾ ਇੱਕ ਸਹੀ ਔਰ ਸੱਚੇ ਸੇਵਕ ਦੀ ਨਿਸ਼ਾਨੀ ਹੈ। ਅਸੀਂ ਵੀ ਉਸ ਦੀ ਨਜ਼ਦੀਕੀ ਵਿੱਚ ਰਹਿ ਕੇ ਹੀ ਸਿੱਧ ਬਣਨਾ ਹੈ। ਜਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਦਾਸ ਅਬਰਾਹਮ ਨੂੰ ਬੋਲਿਆ, ਮੇਰੀ ਉਪਸਥਿਤੀ ਦੇ ਵਿੱਚ ਚੱਲ ਔਰ ਸਿੱਧ ਹੁੰਦਾ ਜਾ।
ਉਸ ਤੋਂ ਬਾਅਦ ਅਸੀਂ ਨਵੇਂ ਨੇਮ ਦੇ ਵਿੱਚ ਪ੍ਰਕਾਸ਼ਿਤ ਵਾਕਿਆ ਉਸ ਦਾ 21 ਅਧਿਆਇ ਵਿੱਚ ਜਦੋਂ ਅਸੀਂ ਵੇਖਦੇ ਹਾਂ ਤਾਂ ਇੱਧਰ ਪਾਤਮਸ ਟਾਪੂ ਦੇ ਵਿੱਚ ਪਏ ਹੋਏ ਸੰਤ ਯਹੂਨਾ ਨੂੰ ਵੀ ਪ੍ਰਭੂ ਕਹਿ ਰਿਹਾ ਹੈ ਕਿ ਉਰੇ ਆ, ਅਰਥਾਤ ਮੇਰੇ ਲਾਗੇ ਆ। ਇੱਥੇ ਹੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਦਾਸ ਯਹੂਨਾ ਨੂੰ ਆਪਣੇ ਵਚਨ ਦਾ ਪ੍ਰਕਾਸ਼ਨ ਦਿੱਤਾ। ਆਪਣੇ ਵਚਨ ਦਾ ਪ੍ਰਕਾਸ਼ਨ ਇਸੇ ਜਗ੍ਹਾ ਤੇ ਮਿਲਿਆ। ਇਸ ਲਈ ਜਦ ਇੱਕ ਸੇਵਕ ਜਾਂ ਇੱਕ ਵਿਸ਼ਵਾਸੀ ਪਰਮੇਸ਼ਰ ਦੀ ਉਪਸਥਿਤੀ ਔਰ ਨਜ਼ਦੀਕੀ ਦੇ ਵਿੱਚ ਰਹਿੰਦਾ ਹੈ ਤਾਂ ਫਿਰ ਹੀ ਉਸ ਨੂੰ ਪ੍ਰਕਾਸ਼ਨ ਮਿਲਦਾ ਹੈ, ਫਿਰ ਅਭਿਸ਼ੇਕ ਵੀ ਮਿਲੇਗਾ ਅਤੇ ਸੇਵਕਾਈ ਵੀ ਵਧੇਗੀ ਅਤੇ ਕਲੀਸਿਆ ਅਤੇ ਸੇਵਕ ਖੁਦ ਵੀ ਬਲ ਪਾਉਂਦਾ ਜਾਏਗਾ। ਇਧਰ ਯਹੂਨਾ ਬੇਸ਼ੱਕ ਕਸ਼ਟ ਦੇ ਵਿੱਚ ਹੈ, ਪਰ ਫਿਰ ਵੀ ਉਹ ਪ੍ਰਭੂ ਦੀ ਉਪਸਥਿਤੀ ਵਿੱਚ ਹੈ, ਉਸ ਦੇ ਨਜ਼ਦੀਕ ਹੈ। ਇਸੇ ਕਰਕੇ ਹੀ ਉਸ ਨੂੰ ਨਵੇਂ ਆਕਾਸ਼ ਅਤੇ ਨਵੀਂ ਧਰਤੀ, ਨਵੇਂ ਯਰੂਸ਼ਲਮ ਦਾ ਪ੍ਰਭੂ ਯਿਸੂ ਮਸੀਹ ਨੇ ਪ੍ਰਕਾਸ਼ਨ ਦਿੱਤਾ ਔਰ ਆਪਣਾ ਦਰਸ਼ਨ ਵੀ ਦਿੱਤਾ। ਜਦੋਂ ਅਸੀਂ ਪਹਿਲਾ ਕੁਰਿੰਥੀਆਂ ਉਸ ਦਾ 7 ਅਧਿਆਏ ਉਸ ਦਾ 29 ਵਚਨ ਦੇਖਦੇ ਹਾਂ ਤਾਂ ਪਹਿਲੀ ਸਦੀ ਦੇ ਸੰਤ ਵੀ ਇਸੇ ਤਰ੍ਹਾਂ ਅਲੱਗ ਰਹਿ ਕੇ ਵਚਨ ਵਿੱਚ, ਪ੍ਰਾਰਥਨਾ ਵਿੱਚ ਅਤੇ ਸੇਵਕਾਈ ਦੇ ਵਿੱਚ ਲੱਗੇ ਰਹਿੰਦੇ ਸਨ। ਬਹੁਤ ਸਾਰੇ ਸੇਵਕ ਔਰ ਵਿਸ਼ਵਾਸੀ ਲੋਕ ਅੱਜ ਇਸ ਵਚਨ ਤੋਂ ਭਟਕ ਕੇ ਆਪਣੀ ਮਨਮਰਜ਼ੀ ਦਾ ਜੀਵਨ ਜੀ ਰਹੇ ਹੈ। ਪਰ ਜਦੋਂ ਅਸੀਂ ਪਹਿਲਾ ਕੁਰਿੰਥੀਆਂ 7 ਦੇ 29 ਵਚਨ ਵਿੱਚ ਵੇਖਦੇ ਆ ਤਾਂ ਪਹਿਲੀ ਸਦੀ ਦੇ ਜਿਹੜੇ ਸੰਤ ਲੋਕ ਆ ਉਹ ਅਲੱਗ ਰਹਿ ਕੇ ਵਚਨ ਵਿੱਚ, ਪ੍ਰਾਰਥਨਾ ਵਿੱਚ ਤੇ ਆਪਣੀ ਸੇਵਕਾਈ ਦੇ ਵਿੱਚ ਲੱਗੇ ਰਹਿੰਦੇ ਸੀ। ਆਪਣੇ ਘਰ ਪਰਿਵਾਰ, ਬੱਚਿਆਂ ਤੋਂ, ਆਪਣੀ ਪਤਨੀ ਸਭ ਤੋਂ ਅਲੱਗ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਨਾਲ ਲਿਪਟੇ ਰਹਿੰਦੇ ਸੀ। ਇਸੇ ਤਰ੍ਹਾਂ ਮੱਤੀ ਦੀ ਅੰਜੀਲ ਉਸ ਦਾ 17 ਅਧਿਆਏ ਜਦੋਂ ਆਪਾਂ 1 ਵਚਨ ਤੋਂ ਲੈ ਕੇ 6 ਵਚਨ ਵਿੱਚ ਵੇਖਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਜਿਹੜੇ ਉਸ ਦੇ ਨਾਲ ਨਜ਼ਦੀਕੀ ਸੰਬੰਧ ਵਿੱਚ ਰਹਿੰਦੇ ਸਨ, ਜਿਵੇਂ ਪਤਰਸ, ਯਾਕੂਬ, ਯਹੂਨਾ, ਇਹਨਾਂ ਨੂੰ ਹੀ ਪ੍ਰਭੂ ਆਪਣੇ ਸਾਥ ਪਹਾੜ ਤੇ ਲੈ ਕੇ ਗਿਆ ਅਤੇ ਪ੍ਰਭੂ ਯਿਸੂ ਮਸੀਹ ਦਾ ਰੂਪ ਉਸ ਸਮੇਂ ਬਦਲ ਗਿਆ। ਨਜ਼ਦੀਕੀ ਵਿੱਚ ਰਹਿਣ ਵਾਲਿਆਂ ਉੱਪਰ ਹੀ ਪ੍ਰਭੂ ਯਿਸੂ ਮਸੀਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਇਸੇ ਪ੍ਰਕਾਰ ਅਗਰ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੀ ਨਜ਼ਦੀਕੀ ਸੰਬੰਧ ਵਿੱਚ ਰਹਾਂਗੇ, ਉਸ ਦੇ ਨਜ਼ਦੀਕ ਰਵਾਂਗੇ, ਉਸ ਦੀ ਉਪਸਥਿਤੀ ਵਿੱਚ ਰਹਾਂਗੇ, ਤਾਂ ਹੀ ਉਹ ਆਪਣੇ ਆਪ ਨੂੰ ਔਰ ਆਪਣੇ ਪਵਿੱਤਰ ਵਚਨ ਨੂੰ ਔਰ ਆਪਣੇ ਵਚਨ ਦੇ ਪ੍ਰਕਾਸ਼ਨ ਨੂੰ ਸਾਡੇ ਉੱਪਰ ਪ੍ਰਗਟ ਕਰੇਗਾ। ਪ੍ਰੇਜ਼ ਦ ਲਾਰਡ। ਤੋ ਕਲੀਸਿਆ ਦੇ ਉੱਪਰ ਪਰਮੇਸ਼ਰ ਨੇ ਆਪਣੇ ਵਚਨ ਦੇ ਭੇਦਾਂ ਨੂੰ ਪ੍ਰਗਟ ਕੀਤਾ। ਪਰ ਕਲੀਸਿਆ ਹੈ ਕੀ ਹੈ? ਕਲੀਸਿਆ ਕੀ ਹੈ? ਕਲੀਸਿਆ ਜਿਸ ਦਾ ਮਤਲਬ ਹੈ ਕਿ ਇੱਕ ਖਾਸ ਮਕਸਦ ਦੇ ਲਈ ਚੁਣ ਕੇ ਅਲੱਗ ਕੀਤੇ ਹੋਏ ਲੋਕਾਂ ਦਾ ਇੱਕ ਐਸਾ ਝੁੰਡ ਹੈ ਜਿਸ ਨੂੰ ਕਲੀਸਿਆ ਬੋਲਿਆ ਜਾਂਦਾ ਹੈ। ਕਲੀਸਿਆ ਨੰਬਰ 2 ਜਿਉਂਦੇ ਪਰਮੇਸ਼ਰ ਦਾ ਚੱਲਦਾ ਫਿਰਦਾ ਮੰਦਰ ਹੈ। ਕਲੀਸਿਆ ਦੇ ਲਈ ਯੂਨਾਨੀ ਸ਼ਬਦ ਵਿੱਚ, ਯੂਨਾਨੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਇਕਲੀਸਿਆ ਆਇਆ ਹੈ। ਇਕਲੀਸਿਆ ਜਾਂ ਕਲੀਸਿਆ ਤੋਂ ਉਧਾਰ ਜਾਂ ਮੁਕਤੀ ਪਾਏ ਹੋਏ ਲੋਕਾਂ ਦਾ ਇੱਕ ਜਨ ਸਮੂਹ ਹੈ, ਇੱਕ ਝੁੰਡ ਹੈ। ਪਹਿਲੀ ਵਾਰ ਕਲੀਸਿਆ ਸ਼ਬਦ ਪ੍ਰਭੂ ਯਿਸੂ ਮਸੀਹ ਦੇ ਮੂੰਹੋਂ ਵਿੱਚੋਂ ਨਿਕਲਿਆ। ਪ੍ਰਭੂ ਯਿਸੂ ਮਸੀਹ ਨੇ ਆਪਣੇ ਨਜ਼ਦੀਕੀ ਚੇਲੇ ਪਤਰਸ ਦੇ ਉੱਪਰ ਮੱਤੀ ਦੀ ਅੰਜੀਲ ਉਸ ਦਾ 16 ਅਧਿਆਏ 18 ਵਚਨ ਤੇ ਥੋੜਾ ਜਿਹਾ ਕਲੀਸਿਆ ਦਾ ਭੇਦ ਪ੍ਰਗਟ ਕੀਤਾ। ਨਵੇਂ ਨੇਮ ਵਿੱਚ ਕਲੀਸਿਆ ਸ਼ਬਦ 109 ਵਾਰ ਆਇਆ ਹੈ। ਕਲੀਸਿਆ ਸੰਸਾਰ ਵਿੱਚੋਂ ਪਰਮੇਸ਼ਰ ਦੇ ਰਾਜ ਦੇ ਲਈ ਬੁਲਾਇਆ ਗਿਆ ਇੱਕ ਜਨ ਸਮੂਹ, ਇੱਕ ਝੁੰਡ ਹੈ। ਕਲੀਸਿਆ ਇੱਕ ਭੇਦ ਹੈ ਜਿਸ ਨੂੰ ਪ੍ਰਭੂ ਨੇ ਪਤਰਸ ਦੇ ਉੱਤੇ ਥੋੜਾ ਜਿਹਾ ਪ੍ਰਗਟ ਕੀਤਾ। ਇਹ ਪਰਮੇਸ਼ਵਰ ਅਤੇ ਪਵਿੱਤਰ ਆਤਮਾ ਦਾ ਮੰਦਰ ਹੈ। ਜਦੋਂ ਅਸੀਂ ਪਹਿਲਾ ਕੁਰਿੰਥੀਆਂ ਉਸ ਦਾ 3 ਅਧਿਆਇ 16 ਵਿੱਚ ਵੇਖਦੇ ਹਾਂ ਕਿ ਉਧਰ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦਾ ਮੰਦਰ ਹੋ ਔਰ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ। ਕਲੀਸਿਆ ਪਰਮੇਸ਼ਵਰ ਦੀ ਦੇਹ ਹੈ। ਕਲੀਸਿਆ ਪਰਮੇਸ਼ਵਰ ਦੀ ਦੁਲਹਨ ਹੈ, ਇੱਕ ਆਤਮਿਕ ਸੰਗਤੀ ਹੈ। ਇਸ ਦੇ ਲਈ ਯੂਨਾਨੀ ਭਾਸ਼ਾ ਦੇ ਵਿੱਚ ਸ਼ਬਦ ਕੋਈ ਨੋਇਆ ਆਇਆ ਹੈ। ਇੱਕ ਆਤਮਿਕ ਸੇਵਕਾਈ ਵੀ ਹੈ। ਇਸ ਦੇ ਲਈ ਯੂਨਾਨੀ ਸ਼ਬਦ ਡਾਇਕੋਨੀਆ ਕਰਕੇ ਆਇਆ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। तो
ਦਲੇਰੀ ਦੇ ਬਾਰੇ ਆਪਾਂ ਇਧਰ ਇੱਕ ਵਚਨ ਵੇਖਣਾ। ਪਹਿਲਾਂ ਜਦੋਂ ਰਾਜਾ ਉਸਦਾ 17 ਅਧਿਆਏ ਉਸਦਾ 1 ਤੋਂ 3 ਵਚਨ ਵਿੱਚ ਵੇਖਦੇ ਹਾਂ। ਇਧਰ ਏਲੀਆ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜੇ ਹੋਣ ਦੇ ਕਾਰਨ ਅਹਾਬ ਰਾਜੇ ਦੇ ਸਾਹਮਣੇ ਦਲੇਰੀ ਆ ਰਹੀ ਹੈ। ਜੋ ਇੱਕ ਸੇਵਕ ਜਾਂ ਵਿਸ਼ਵਾਸੀ ਪਰਮੇਸ਼ਰ ਦੀ ਉਪਸਥਿਤੀ, ਉਸ ਦੀ ਹਜ਼ੂਰੀ ਦੇ ਵਿੱਚ ਰਹਿੰਦਾ ਹੈ ਤਾਂ ਤਦ ਉਸ ਨੂੰ ਦਲੇਰੀ ਆਉਂਦੀ ਹੈ। ਜਦੋਂ ਅਸੀਂ ਪ੍ਰਭੂ ਦੇ ਨਾਲ ਨਜ਼ਦੀਕੀ ਸੰਬੰਧ ਰੱਖਾਂਗੇ ਤਾਂ ਸਾਨੂੰ ਦਲੇਰੀ ਵੀ ਮਿਲੇਗੀ। ਸਾਹਮਣੇ ਭਾਵੇਂ ਕੋਈ ਰਾਜਾ ਕਿਉਂ ਨਾ ਹੋਵੇ, ਫਿਰ ਵੀ ਦਲੇਰੀ ਨਾਲ, ਸੱਚਾਈ ਨਾਲ ਬੋਲਾਂਗੇ। ਪਰ ਦਲੇਰੀ ਐਵੇਂ ਨਹੀਂ ਮਿਲ ਸਕਦੀ। ਦਲੇਰੀ ਮਿਲਣ ਤੋਂ ਪਹਿਲਾਂ ਪ੍ਰਭੂ ਦੇ ਲਈ ਕੁਝ ਕੀਮਤ ਦੇਣੀ ਹੈ, ਤਾਂ ਹੀ ਦਲੇਰੀ ਮਿਲੇਗੀ। ਜਿਸ ਤਰ੍ਹਾਂ ਮੱਤੀ ਦੀ ਅੰਜੀਲ 16 ਅਧਿਆਇ ਦਾ 16 ਵਚਨ ਇਧਰ ਪਤਰਸ ਕਹਿ ਰਿਹਾ ਹੈ ਕਿ ਤੂੰ ਜੀਵਤ ਪਰਮੇਸ਼ਰ ਦਾ ਪੁੱਤਰ ਹੈ। ਜਿਹੜਾ ਵਿਅਕਤੀ ਪ੍ਰਭੂ ਯਿਸੂ ਮਸੀਹ ਨੂੰ ਨਬੀਆਂ ਦੁਆਰਾ ਕੀਤੀ ਹੋਈ ਭਵਿੱਖਬਾਣੀ ਅਨੁਸਾਰ ਆਉਣ ਵਾਲਾ ਮਸੀਹ ਅਤੇ ਆਪਣਾ ਮੁਕਤੀਦਾਤਾ ਪ੍ਰਭੂ ਕਰਕੇ ਕਬੂਲ ਕਰਦਾ ਹੈ, ਇਹ ਸੰਸਾਰ ਅਤੇ ਉਸ ਦੇ ਰਿਸ਼ਤੇਦਾਰ ਉਸ ਦੇ ਵੈਰੀ ਬਣ ਜਾਂਦੇ ਨੇ। ਪਹਿਲਾਂ ਜਿਨ੍ਹਾਂ ਕੋਲੋਂ ਇੱਜ਼ਤ ਮਿਲਦੀ ਸੀ, ਹੁਣ ਉਹਨਾਂ ਕੋਲੋਂ ਨਿਰਾਦਰ ਮਿਲਦਾ ਹੈ। ਇਸੇ ਤਰ੍ਹਾਂ ਚੇਲਿਆਂ ਨੂੰ ਵੀ ਨਿਰਾਦਰ ਮਿਲਿਆ। ਯਹੋਨਾ ਦੀ ਅੰਜੀਲ ਉਸਦਾ 9 ਅਧਿਆਇ ਉਸਦਾ 22 ਵਚਨ ਜਦ ਅਸੀਂ ਪੜ੍ਹਦੇ ਹਾਂ ਤਾਂ ਜੋ ਲੋਕ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਅਤੇ ਆਉਣ ਵਾਲਾ ਮਸੀਹਾ ਕਰਕੇ ਕਬੂਲ ਕਰਦਾ ਸੀ, ਉਸ ਨੂੰ ਉਸ ਵਕਤ ਜਾਤ ਬਿਰਾਦਰੀ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਸੀ। ਚੇਲਿਆਂ ਨਾਲ ਪ੍ਰਭੂ ਦੇ ਪਹਿਲੇ ਸੰਤਾਂ ਦੇ ਨਾਲ ਇਸੇ ਪ੍ਰਕਾਰ ਹੋਇਆ। ਬੇਇੱਜ਼ਤ ਹੁੰਦੇ ਰਹੇ, ਮਾਰ ਖਾਂਦੇ ਰਹੇ, ਭੁੱਖੇ ਰਹਿੰਦੇ ਰਹੇ, ਪਰ ਪ੍ਰਭੂ ਦੇ ਸਾਥ ਬਣੇ ਰਹੇ, ਉਸ ਦੀ ਉਪਸਥਿਤੀ ਵਿੱਚ ਬਣੇ ਰਹੇ। ਇਸੇ ਕਰਕੇ ਉਹਨਾਂ ਨੇ ਯਰੂਸ਼ਲਮ ਨੂੰ ਉਲਟਾ ਪੁਲਟਾ ਕਰ ਦਿੱਤਾ। ਬਿਨਾਂ ਡਰ, ਬਿਨਾਂ ਕਿਸੇ ਧਮਕੀ ਦੇ ਉਹ ਪਰਮੇਸ਼ਰ ਦਾ ਸਹੀ ਔਰ ਸੱਚਾ ਉਪਦੇਸ਼ ਸੁਣਾਉਂਦੇ ਰਹੇ। ਇਹ ਦਲੇਰੀ ਉਹਨਾਂ ਨੂੰ ਕਿੱਥੋਂ ਮਿਲ ਗਈ? ਪ੍ਰਭੂ ਦੇ ਨਾਲ ਨਜ਼ਦੀਕੀ ਸੰਬੰਧ ਹੋਣ ਦੇ ਕਾਰਨ, ਉਸ ਦੀ ਉਪਸਥਿਤੀ ਦੇ ਵਿੱਚ ਰਹਿਣ ਦੇ ਕਾਰਨ ਅਤੇ ਦੁੱਖ ਸਹਿਣ ਦੇ ਕਾਰਨ ਅਤੇ ਤਿਆਗਣ ਦੇ ਕਾਰਨ। ਪ੍ਰੇਜ਼ ਦ ਲਾਰਡ। ਪ੍ਰਭੂ ਆਪ ਸਭ ਨੂੰ ਇਹਨਾਂ ਵਚਨਾਂ ਦੇ ਰਾਹੀਂ ਆਸ਼ੀਸ਼ ਦੇਵੇ, ਸਭ ਨੂੰ ਜੈ ਮਸੀਹ।